बहुत ही सत्कारयोग ईटीटी टैट पास बेरोजगार अध्यापक साथियों, वाहिगुरु जी का खालसा, श्री वाहिगुरु जी की फतेह। साथियों, सब तो पहला इस लिंक ਨੂੰ ਸਾਰੇ ਗਰੁੱਪਾਂ ਦੇ ਵਿੱਚ ਸ਼ੇਅਰ ਕਰ ਦਿਓ ਤਾਂ ਜੋ ਵੱਧ ਤੋਂ ਵੱਧ ਸਾਥੀ ਲਾਈਵ ਸੈਸ਼ਨ ਨਾਲ ਜੁੜ ਸਕਣ। ਸਾਥੀਓ, ਸਭ ਤੋਂ ਪਹਿਲਾਂ ਮੈਂ ਬੇਨਤੀ ਕਰਾਂਗਾ ਕਿ ਜਿਹੜੇ ਵੀ ਮੇਰੇ ਵੀਰ ਭੈਣ ਭਰਾ ਜਥੇਬੰਦੀ ਨਾਲ ਜੁੜਨਾ ਚਾਹੁੰਦੇ ਨੇ, ਜਥੇਬੰਦੀ ਦਾ ਸਾਥ ਦੇਣਾ ਚਾਹੁੰਦੇ ਨੇ, ਖਾਸ ਕਰਕੇ ਉਹ ਜ਼ਿਲ੍ਹੇ ਜਿਹੜੇ ਜ਼ਿਆਦਾ ਐਕਟਿਵ ਨਹੀਂ ਹੈਗੇ, ਹੁਸ਼ਿਆਰ ਨੈਟਵਰਕ ਪ੍ਰੋਬਲਮ ਸੀਗੀ, ਔਰ ਜਿਹੜੇ ਸਾਥੀ ਮੈਨੂੰ ਕਾਲ ਕਰ ਰਹੇ ਨੇ ਉਹਨਾਂ ਨੂੰ ਬੇਨਤੀ ਹੈ ਕਿ ਲਾਈਵ ਸੈਸ਼ਨ ਤੋਂ ਬਾਅਦ ਹੀ ਜਿਹੜਾ ਉਹ ਕੰਟੈਕਟ ਹੋ ਪਾਊਗਾ। ਪਲੀਜ਼ ਕਾਲ ਨਾ ਕਰਨ। हाँ साथियों, गल कर रहे ਸੀਗੇ ਜਥੇਬੰਦੀ ਦਾ ਸਾਥ ਦੇਣ ਦੀ। ਤਾਂ ਸਾਥੀਓ, ਹੁਸ਼ਿਆਰਪੁਰ ਦੇ ਵਿੱਚ ਅਮਰ ਕੁਮਾਰ ਮੁਕੇਰੀਆਂ ਜਿਨ੍ਹਾਂ ਦਾ ਮੋਬਾਈਲ ਨੰਬਰ ਜਿਹੜਾ ਉਹ ਡਿਸਪਲੇ ਕੀਤਾ ਹੋਇਆ, ਸੋ ਜਿਹੜੇ ਵੀ ਸਾਥੀ ਹੁਸ਼ਿਆਰਪੁਰ ਜ਼ਿਲ੍ਹੇ ਦੇ ਜਥੇਬੰਦੀ ਨਾਲ ਜੁੜਨਾ ਚਾਹੁੰਦੇ ਨੇ ਉਹ ਅਮਰ ਕੁਮਾਰ ਮੁਕੇਰੀਆਂ ਨਾਲ ਕੰਟੈਕਟ ਕਰ ਸਕਦੇ ਨੇ। ਔਰ ਪਠਾਨਕੋਟ ਵਾਲੇ ਸਾਥੀ सतीश कुमार राणा पठानकोट, नरेश कुमार पठानकोट जिन्हां दा मोबाइल नंबर जिहड़ा लाइव सैशन दे विच जिहड़ा डिस्पले कीता होया उन्हां नाल कॉन्टैक्ट वो कर सकते हैं। और बाकी जिहड़े भी होर जिल੍ਹਿਆਂ ਦੇ ਜਿਹੜੇ जुड़ना चाहुंदे ने जथेबंदियां दे नाल ਉਹ ਮੈਨੂੰ कॉन्टैक्ट कर सकते हैं। और उन्हां नूं जिहड़ा उन्हां दे जिहड़े ਜ਼ਿਲ੍ਹਾ ਪ੍ਰਧਾਨ ਬਲਾਕ ਪ੍ਰਧਾਨ ने ਉਹਨਾਂ ਦਾ ਜਿਹੜਾ ਕੰਟੈਕਟ ਉਹਨਾਂ ਨੂੰ ਮਿਲ ਜਾਊਗਾ। ਸੋ ਸਾਥੀਓ, ਹੁਣ ਆਪਾਂ ਗੱਲ ਕਰਦੇ ਹਾਂ ਅੱਜ ਦੇ ਮੁੱਦੇ ਦੀ। ਸੋ ਸਾਥੀਓ, ਅੱਜ ਦਾ ਮੁੱਦਾ ਹੈ ਐਨਸੀਟੀ ਦਾ ਨੋਟੀਫਿਕੇਸ਼ਨ ਕਿ ਜੋ ਸਾਡੀਆਂ ਭਰਤੀਆਂ ਨੇ ਉਹ ਸਿਰੇ ਕਿਉਂ ਨਹੀਂ ਚੜ ਰਹੀਆਂ। पहली गलती तो पंजाब सरकार ने की कि भर्तियों में खामियां रखियां, जिस करके साड़ियाँ भर्तियां अज तक जड़ियाँ कोर्ट दे विच लंमकियां हुई ने। स्टेट गवर्नमेंट दे कोल राइट हुंदा है कि अपना क्राइटेरिया बना के भर्तियां पूरियां करन दा। सो जिस दी जड़ी है वो ढुकवें समय वेले वो वरतों नहीं की गई, जिस करके भर्तियां जड़ियाँ वो कोर्ट दे विच लटकियां होईयां। और दूसरी सब तो जिहड़ी वड्डी खामी वो सेंटर गवर्नमेंट दे वल्लों जिहड़ी वो रखी गई कि एनसीटी का जिहड़ा नोटिफिकेशन सीगा वो एक जिहड़ा सेंटर का मंत्री सीगा MHRD जिहदे अंडर आउंदी है, सो उहदे कहण ते और जिहड़ा बीएड नूं जिहड़ा एनसीटी दे थ्रू ETT की पोस्ट दे विच जिहड़ा वो विचारिया गया, जिहड़ा कि पिछले समय दे विच अजिहा नहीं सी हुंदा। सो साथियों, गल करते हाँ हुण कल दे प्रोटेस्ट दी कि कल दा प्रोटेस्ट क्यों किया जा रहा है, किस नूं किहड़ियां मंगां नूं लैके किया जा रहा है। सो साथियों, आपां तुहानूं दस दईए कि वड्डी गिणती दे विच पंजाब सरकार तो आपां पोस्टां लै चुके हैं। और तुहानूं सब नूं पता ही है कि 5994 का जिहड़ा ETT भर्ती का जिहड़ा नोटिफिकेशन है वो जिहड़ा वो आ चुके हैं। और साथियों, जल्दी तो जल्दी जिहड़ा वो भी जिहड़ी आ ऑफिशियल साइट पे आ जाऊगा। और साथियों, हुण आपां गल करते हैं कि NCT का नोटिफिकेशन जिहड़ा है उस नूं लैके प्रोटेस्ट
गाइडलाइन 2018 ਜਿਹੜੀ ਬਣਾਈ ਗਈ ਸੀ ਈਟੀਟੀ ਕੈਡਰ ਦਾ ਬੇੜਾ ਗਰਕ ਕਰਨ ਲਈ ਸੈਂਟਰ ਗਵਰਨਮੈਂਟ ਵੱਲੋਂ। ਸੋ ਸਾਥੀਓ, ਉਸ ਦੇ ਰੋਸ ਵਜੋਂ ਪ੍ਰੋਟੈਸਟ ਜਿਹੜਾ ਉਹ ਕੱਲ ਕੀਤਾ ਜਾ ਰਿਹਾ। ਕੁਝ ਦਿਨ ਪਹਿਲਾਂ ਮਾਫੀ ਚਾਹੁੰਦੇ ਹਾਂ ਸਾਥੀਓ, ਨੈਟਵਰਕ 'ਚ ਪ੍ਰੋਬਲਮ ਆ ਗਈ ਸੀ। ਸੋ ਗੱਲ ਕਰ ਰਹੇ ਸੀ ਸਰ ਆਪਾਂ ਸਾਥੀਓ ਐਨਸੀਟੀ ਦੇ ਨੋਟੀਫਿਕੇਸ਼ਨ ਦੀ। ਸੋ ਐਨਸੀਟੀ ਦਾ ਜਿਹੜਾ ਨੋਟੀਫਿਕੇਸ਼ਨ ਆ ਉਹ ਆਪ ਸਭ ਨੂੰ ਪਤਾ ਹੀ ਹੈ ਕਿ ਮਾਣਯੋਗ ਹਾਈ ਕੋਰਟ ਜੋਧਪੁਰ ਰਾਜਸਥਾਨ ਵੱਲੋਂ ਜਿਹੜਾ ਕਿ ਰੱਦ ਕਰ ਦਿੱਤਾ ਗਿਆ, ਜੋ ਕਿ ਜੋ ਸਹੀ ਪ੍ਰੋਟੋਕੋਲ ਦੇ ਤਹਿਤ ਜਿਹੜਾ ਉਹ ਸਹੀ ਪ੍ਰੋਸੈਸ ਦੇ ਵਿੱਚੋਂ ਨਹੀਂ ਸੀ ਲੰਘਿਆ। ਸੋ ਜਿਸ ਦੇ ਸਿੱਟੇ ਵਜੋਂ ਮਾਣਯੋਗ ਹਾਈ ਕੋਰਟ ਜੋਧਪੁਰ ਵੱਲੋਂ ਐਨਸੀਟੀ ਦਾ ਜਿਹੜਾ ਨੋਟੀਫਿਕੇਸ਼ਨ ਆ ਉਹ ਸਾਥੀਓ ਰੱਦ ਕਰ ਦਿੱਤਾ ਗਿਆ ਹੋਇਆ ਹੈ। ਔਰ ਜੇ ਗੱਲ ਆਪਾਂ ਐਨਸੀਟੀ ਦੀ ਡੀਪਲੀ ਕਰੀਏ ਤਾਂ ਉਹ ਇਹ ਹੈਗੀ ਕਿ ਐਨਸੀਟੀ ਦਾ ਨੋਟੀਫਿਕੇਸ਼ਨ ਲੀਗਲੀ ਰੱਦ ਜਿਹੜਾ ਉਹ ਹੋ ਚੁੱਕਿਆ। ਹੁਣ ਸਾਥੀਓ ਇੱਥੇ ਇੱਕ ਸਵਾਲ ਬਣਦਾ ਕਿ ਜੇ ਉਹ ਲੀਗਲੀ ਜਿਹੜਾ ਉਹ ਰੱਦ ਹੋ ਚੁੱਕਿਆ ਤਾਂ ਫਿਰ ਸਾਡੀਆਂ ਭਰਤੀਆਂ ਜਿਹੜੀਆਂ ਕੋਰਟ ਵਿੱਚ ਫਿਰ ਵੀ ਕਿਉਂ ਅਟਕੀਆਂ ਹੋਈਆਂ। ਤਾਂ ਇੱਥੇ ਸਾਥੀਓ ਮੈਂ ਤੁਹਾਨੂੰ ਦੱਸ ਦੇਣਾ ਚਾਹਾਂ ਕਿ ਜਿਵੇਂ 2364 ਭਰਤੀ ਲੀਗਲੀ ਜਿਹੜੀ ਆ ਉਹ ਇੱਕ ਤਰ੍ਹਾਂ ਇਹ ਕਹਿ ਸਕਦੇ ਹਾਂ ਕਿ ਕੋਰਟ ਨੇ ਤਾਂ ਉਹਦਾ ਜਿਹੜਾ ਸਟਕ ਡਾਊਨ ਦਾ ਆਰਡਰ ਦੇ ਦਿੱਤਾ ਕਿ ਇਹ ਭਰਤੀ ਨਾ ਤਾਂ ਪੂਰੀ ਹੋ ਸਕਦੀ ਆ ਤੇ ਇਹਦਾ ਕੁਝ ਵੀ ਨਹੀਂ ਹੋ ਸਕਦਾ। ਇੱਕ ਤਰ੍ਹਾਂ ਦਾ ਕਹਿ ਸਕਦੇ ਹਾਂ ਆਪਾਂ ਕਿ ਕੈਂਸਲ ਮੰਨ ਲਓ ਕਿ ਕੋਰਟ ਨੇ ਤਾਂ ਕੈਂਸਲ ਦਾ ਜਾਂ ਸਟਕ ਡਾਊਨ ਦਾ ਆਰਡਰ ਕਰ ਦਿੱਤਾ, ਪਰ ਡਿਪਾਰਟਮੈਂਟ ਨੇ ਅਜੇ ਉਹਦੇ ਤੇ ਕੋਈ ਵੀ ਸਪਸ਼ਟੀਕਰਨ ਨਹੀਂ ਦਿੱਤਾ ਹੈਗਾ। ਸੋ ਸਾਥੀਓ ਇਵੇਂ ਹੀ ਐਨਸੀਟੀ ਦਾ ਨੋਟੀਫਿਕੇਸ਼ਨ ਹੈ ਜਿਹੜਾ ਕਿ ਹਾਈ ਕੋਰਟ ਵੱਲੋਂ ਜਿਹੜਾ ਕੈਂਸਲ ਕਰ ਦਿੱਤਾ ਗਿਆ ਹੋਇਆ, ਪਰ ਐਨਸੀਟੀ ਵੱਲੋਂ ਅਜੇ ਤੱਕ ਜਿਹੜਾ ਆਫੀਸ਼ੀਅਲੀ ਜਿਹੜਾ ਉਹਨੂੰ ਕੈਂਸਲ ਨਹੀਂ ਕੀਤਾ ਗਿਆ। ਸੋ ਜਿਹੜਾ ਪਿਛਲੇ ਦਿਨਾਂ ਦੇ ਵਿੱਚ ਬੀਜੇਪੀ ਦੇ ਜਿੰਨੇ ਵੀ ਸਾਡੇ ਪੰਜਾਬ ਦੇ ਵਿੱਚ ਵਿਧਾਇਕ ਸੀਗੇ, ਜਿਹੜੇ ਐਕਸ ਵਿਧਾਇਕ ਸੀਗੇ, ਅਸੀਂ ਉਹਨਾਂ ਨੂੰ ਸਾਰਿਆਂ ਨੂੰ ਵਾਰ-ਵਾਰ ਜਿਹੜੇ ਮੰਗ ਪੱਤਰ ਦੇ ਕੇ ਤਾਂ ਆਪਣੇ ਮਸਲਿਆਂ ਤੋਂ ਜਾਣੂ ਕਰਵਾਇਆ ਔਰ ਇਹ ਉਹਨਾਂ ਨੂੰ ਦੱਸਿਆ ਕਿ ਜਿਹੜਾ ਐਨਸੀਟੀ ਦਾ ਨੋਟੀਫਿਕੇਸ਼ਨ ਗਲਤ ਤਰੀਕੇ ਨਾਲ ਬਣਿਆ ਸੀਗਾ ਉਹ ਲੀਗਲੀ ਤਾਂ ਕੈਂਸਲ ਹੋ ਚੁੱਕਿਆ, ਪਰ ਆਫੀਸ਼ੀਅਲੀ ਯਾਨੀ ਕਿ ਐਨਸੀਟੀ ਵੱਲੋਂ ਅਜੇ ਤੱਕ ਉਹ ਕੈਂਸਲ ਨਹੀਂ ਹੋਇਆ। ਔਰ ਐਨਸੀਟੀ ਜਿਹੜੀ ਹੈ ਉਹ ਸੈਂਟਰ ਦੀ ਬੋਡੀ ਹੈਗੀ ਹੈ ਔਰ ਸੈਂਟਰ ਦੀ ਸਰਕਾਰ ਤੁਹਾਡੀ ਹੈ ਔਰ ਤੁਹਾਡੀ ਸਰਕਾਰ ਦੇ ਕਾਰਜਕਾਲ ਦੇ ਵਿੱਚ ਹੀ ਉਹ ਜਿਹੜਾ ਗਲਤ ਤਰੀਕੇ ਦੇ ਨਾਲ ਜਿਹੜਾ ਉਹ ਨੋਟੀਫਿਕੇਸ਼ਨ ਜਿਹੜਾ ਇਸ਼ੂ ਕੀਤਾ ਗਿਆ ਸੀ। ਸੋ ਅਸੀਂ ਉਹਨਾਂ ਨੂੰ ਇਹ ਰਿਕੁਐਸਟ ਕੀਤੀ ਕਿ ਆ ਜਿਹੜਾ ਨੋਟੀਫਿਕੇਸ਼ਨ ਹੈ ਜਿਹੜਾ ਲੀਗਲੀ ਤੌਰ ਤੇ ਜਿਹੜਾ ਉਹ ਰੱਦ ਹੋ ਚੁੱਕਿਆ, ਪਰ ਆਫੀਸ਼ੀਅਲੀ ਜਿਹੜਾ ਉਹ ਜਲਦੀ ਇਹਨੂੰ ਪ੍ਰੋਸੈਸ ਦੇ ਵਿੱਚ ਲਿਆ ਕੇ ਔਰ ਜਿਹੜਾ ਈਟੀਟੀ ਕੈਡਰ ਹੈ ਉਹਦਾ ਜਿਹੜਾ ਭਵਿੱਖ ਉਹਨੂੰ ਬਚਾਉਣ ਦੀ ਜਿਹੜੀ ਆ ਉਹ ਕੋਸ਼ਿਸ਼ ਜਿਹੜੀ ਆ ਉਹ ਕੀਤੀ ਜਾਵੇ। ਪਰ ਹੋਇਆ ਕੀ, ਆਪਾਂ ਬੀਜੇਪੀ ਪੰਜਾਬ ਪ੍ਰਧਾਨ ਅਸ਼ਵਨੀ ਸ਼ਰਮਾ ਜੀ ਨੂੰ ਕਈ ਵਾਰ ਮਿਲੇ ਤਾਂ ਉਹਨਾਂ ਦਾ ਇੱਕ ਬਿਆਨ ਸੀਗਾ ਕਿ ਤੁਹਾਡੀ ਤਾਂ ਇੱਕਜੁੱਟਤਾ ਹੀ ਨਹੀਂ ਹੈਗੀ, ਤੁਹਾਡਾ ਤਾਂ ਇਕੱਠ ਹੀ ਨਹੀਂ ਹੈਗਾ। ਤਾਂ ਉਹਨਾਂ ਦਾ ਇਹ ਕਹਿਣਾ ਸੀ ਕਿ ਤੁਸੀਂ ਕਦੀ ਜਲਾਲਾਬਾਦ ਤੋਂ ਆ ਜਾਂਦੇ ਨੇ, ਕਦੀ ਜਲੰਧਰ ਤੋਂ ਆ ਜਾਂਦੇ ਨੇ, ਕਦੀ ਲੁਧਿਆਣੇ ਤੋਂ ਆ ਜਾਂਦੇ ਨੇ, ਕਦੀ ਸੰਗਰੂਰ ਤੋਂ ਆ ਜਾਂਦੇ ਨੇ, ਵੀ ਤੁਹਾਡਾ ਤਾਂ ਇੱਕ ਇਕੱਠ ਹੀ ਨਹੀਂ ਹੈਗਾ, ਤੁਹਾਡੀ ਤਾਂ ਏਕਤਾ ਹੀ ਨਹੀਂ ਹੈਗੀ। ਹੁਣ ਅਸੀਂ ਅਸ਼ਵਨੀ ਸ਼ਰਮਾ ਨੂੰ ਕੱਲ ਇਹ ਦੱਸਣਾ ਕਿ ਸਾਡਾ ਇਕੱਠ ਵੀ ਹੈਗਾ ਔਰ ਸਾਡੀ ਏਕਤਾ ਵੀ ਹੈਗੀ ਹੈ। ਸੋ ਸ਼ਰਮਾ ਸਾਹਿਬ, ਅਸੀਂ ਤੁਹਾਨੂੰ ਕੱਲ ਆਪਣਾ ਇਕੱਠ ਵੀ ਵਿਖਾਵਾਂਗੇ ਔਰ ਆਪਣੀ ਜਿਹੜੀ ਆ ਏਕਤਾ ਵੀ ਦਿਖਾਵਾਂਗੇ। ਔਰ ਜਿੰਨਾ ਚਿਰ ਸਾਡੇ ਆ ਮਸਲਿਆਂ ਦਾ ਹੱਲ ਨਹੀਂ ਹੁੰਦਾ, ਪੰਜਾਬ ਦੇ ਵਿੱਚ ਜਿਨੇ ਵੀ ਬੀਜੇਪੀ ਲੀਡਰ ਹੈਗੇ ਨੇ ਅਸੀਂ ਉਹਨਾਂ ਦਾ ਜਿਹੜਾ ਉਹ ਥਾਂ ਤੇ ਘਿਰਾਓ ਕਰਾਂਗੇ ਔਰ ਜਿਵੇਂ ਹੀ ਆਪਾਂ ਕਾਂਗਰਸ ਵਿਧਾਇਕਾਂ ਦਾ ਘਿਰਾਓ ਕਰ ਰਹੇ ਹਾਂ ਉਵੇਂ ਹੀ ਨਾਲ ਦੀ ਨਾਲ ਜਿਹੜਾ ਉਹ ਬੀਜੇਪੀ ਵਿਧਾਇਕਾਂ ਦਾ ਵੀ ਜਿਹੜਾ ਉਹ ਬਰਾਬਰ ਬਾਈਕਾਟ ਕੀਤਾ ਜਾਊਗਾ, ਕਿਉਂਕਿ ਐਨਸੀਟੀ ਗਾਈਡਲਾਈਨ ਜਿਹੜੀ ਹੈ ਉਹ ਇੱਕ 2018 ਜਿਹੜਾ ਨੋਟੀਫਿਕੇਸ਼ਨ ਆ ਉਹ ਇੱਕ ਬਿਲਕੁਲ ਉਵੇਂ ਦਾ ਕਾਲਾ ਕਾਨੂੰਨ ਸੀਗਾ ਜਿਵੇਂ ਕਿਸਾਨਾਂ ਵਾਸਤੇ ਮੋਦੀ ਸਾਹਿਬ ਨੇ ਇੱਕ ਨਵਾਂ ਕਾਲਾ ਕਾਨੂੰਨ ਜਿਹੜੇ ਉਹ 3 ਲੈ ਕੇ ਆਇਆ ਸੀ। ਇਹੀ ਜਿਹੜਾ ਕਾਲਾ ਕਾਨੂੰਨ ਜਿਹੜਾ ਇਸੇ ਤਰ੍ਹਾਂ ਦਾ ਹੀ ਇੱਕ ਕਾਲਾ ਕਾਨੂੰਨ ਜਿਹੜਾ ਐਨਸੀਟੀ 2018 ਦੀ ਜਿਹੜੀ ਗਾਈਡਲਾਈਨ ਸੀ ਉਹ ਈਟੀਟੀ ਕੈਡਰ ਨੂੰ ਮਾਰਨ ਵਾਸਤੇ, ਡੋਬਣ ਵਾਸਤੇ ਜਿਹੜਾ ਉਹ ਤਿਆਰ ਕੀਤਾ ਗਿਆ। ਸੋ ਸਾਥੀਓ, ਤਕੜੇ ਹੋ ਜਾਓ।
ਕੱਲ ਨੂੰ ਵੱਧ ਤੋਂ ਵੱਧ ਸਾਥੀ ਜਲੰਧਰ ਪਹੁੰਚੋ। ਸਾਥੀਓ, ਕੁਝ ਸਾਥੀ ਸੋਚ ਰਹੇ ਹੋਣਗੇ ਕਿ ਸਾਡੀ ਤਾਂ ਸਕਰੂਟਨੀ ਹੋ ਗਈ ਤੇ ਸਾਨੂੰ ਤਾਂ ਪ੍ਰੋਟੈਸਟ ਤੇ ਜਾਣ ਦੀ ਲੋੜ ਕੋਈ ਨਹੀਂ, ਕਿਉਂਕਿ ਆਪਾਂ ਤਾਂ ਸਕਰੂਟਨੀ ਕਰਾ ਚੁੱਕੇ ਹਾਂ, ਆਪਾਂ ਤੇ ਹੁਣ ਲੱਗ ਹੀ ਜਾਣਾ, ਸਾਨੂੰ ਕੀ ਲੋੜ ਏ ਕਿ ਆਪਾਂ ਪ੍ਰੋਟੈਸਟ ਤੇ ਜਾਈਏ। ਔਰ ਕੁਝ ਸਾਥੀ ਇਹ ਸੋਚ ਰਹੇ ਹੋਣਗੇ ਕਿ ਸਾਡੀ ਤਾਂ ਸਕਰੂਟਨੀ ਨਹੀਂ ਹੋਈ, ਸਾਡਾ ਤਾਂ ਨੰਬਰ ਹੀ ਨਹੀਂ ਆਉਂਦਾ ਤੇ ਆਪਾਂ ਵੀ ਕਿਉਂ ਜਾਈਏ। ਸਾਥੀਓ, ਇਸ ਵਿਚਾਰਧਾਰਾ ਨਾਲ ਕੰਮ ਨਹੀਂ ਚੱਲਣਾ। ਇਹ ਜਿਹੜੀ ਵਿਚਾਰਧਾਰਾ ਇਹ ਗਲਤ ਹੈਗੀ, ਕਿਉਂਕਿ ਨੰਬਰ ਤਾਂ ਸਾਥੀਓ ਮੇਰਾ ਵੀ ਨਹੀਂ ਆਉਂਦਾ। ਸਿਲੈਕਸ਼ਨ ਮੈਰਿਟ ਤੋਂ 7 ਨੰਬਰ 8 ਨੰਬਰ ਪਿੱਛੇ ਚੱਲ ਰਿਹਾ ਮੈਂ, ਮੇਰੇ ਖੁਦ ਦੇ 50 ਮਾਰਕਸ ਨੇ। ਸੋ ਸਾਥੀਓ, ਅਪਰ ਮੈਰਿਟ ਔਰ ਲੋਅਰ ਮੈਰਿਟ ਦੀਆਂ ਗੱਲਾਂ ਛੱਡ ਕੇ ਤਾਂ ਜਥੇਬੰਦੀ ਦਾ ਸਾਥ ਦਿਓ। ਜੇ ਸਾਥ ਦਿਓਗੇ ਤਾਂ ਸਾਰੇ ਮਸਲੇ ਹੱਲ ਹੋਣਗੇ, ਤਾਂ ਨਹੀਂ ਤਾਂ ਸਾਥੀਓ ਸਕਰੂਟਨੀ ਤਾਂ 2364 ਦੀ ਵੀ ਹੋਈ ਸੀ। ਸੋ ਸਾਥੀਓ, ਲੋਅਰ ਮੈਰਿਟ ਔਰ ਹਾਇਰ ਮੈਰਿਟ, ਮੈਂ ਫਿਰ ਵਾਰ-ਵਾਰ ਇਹੀ ਗੱਲ ਕਹਿ ਰਿਹਾ, ਕਿਉਂਕਿ ਮੈਨੂੰ ਲੱਗਦਾ ਕਿ ਜਦੋਂ ਵੀ ਭਾਵੇਂ ਆਪਾਂ 2364 ਦੀ ਗੱਲ ਕਰ ਲਈਏ ਤਾਂ ਉਸ ਵੇਲੇ ਵੀ ਇਉਂ ਹੋਇਆ ਸੀ ਕਿ ਜਥੇਬੰਦੀ ਦਾ ਸਾਥ ਨਾ ਦੇ ਕੇ ਔਰ ਇੱਕ ਅਲੱਗ ਤੋਂ ਜਿਹੜਾ ਪ੍ਰੋਟੈਸਟ ਕੀਤਾ ਗਿਆ, ਜਿਹਦਾ ਕਿ ਖਮਿਆਜਾ ਉਹ 2364 ਦਾ ਤੁਸੀਂ ਆਪਣੀਆਂ ਅੱਖਾਂ ਦੇ ਨਾਲ ਵੇਖ ਰਹੇ ਹੋ ਕਿ 2364 ਦਾ ਸਾਥੀਓ ਕੀ ਹਾਲ ਹੋਇਆ। ਸੋ ਸਾਥੀਓ, ਹਾਈ ਮੈਰਿਟ ਇਹ ਨਾ ਸੋਚੇ ਕਿ ਮੈਨੂੰ ਜਾਂ ਕਿਸੇ ਦੀ ਕਾਲ ਆ ਗਈ ਸੀ, ਔਰ ਮੈਂ ਸਾਥੀਆਂ ਨੂੰ ਬੇਨਤੀ ਕਰਨਾ ਕਿ ਲਾਈਵ ਸੈਸ਼ਨ ਚੱਲ ਰਿਹਾ ਹੈ, ਕੋਈ ਵੀ ਸਾਥੀ ਕਾਲ ਕਰਨ ਦੀ ਕੋਸ਼ਿਸ਼ ਨਾ ਕਰੇ। ਲਾਈਵ ਸੈਸ਼ਨ ਤੋਂ ਬਾਅਦ ਫ੍ਰੀ ਹੋ ਕੇ ਬੈਕ ਕਾਲ ਕੀਤੀ ਜਾਊਗੀ। ਹਾਂ ਸਾਥੀਓ, ਮੈਂ ਗੱਲ ਕਰ ਰਿਹਾ ਸੀਗਾ ਕਿ ਜਿਹੜੇ ਸਾਥੀ ਸਕਰੂਟਨੀ ਕਰਾ ਚੁੱਕੇ ਨੇ ਉਹ ਇਹ ਨਾ ਸਮਝਣ ਕਿ ਸਾਡੀ ਸਕਰੂਟਨੀ ਹੋ ਗਈ ਹੈ, ਸਾਨੂੰ ਪ੍ਰੋਟੈਸਟ ਦੀ ਜਾਣ ਦੀ ਲੋੜ ਕੋਈ ਨਹੀਂ। ਔਰ ਲੋਅਰ ਮੈਰਿਟ ਇਹ ਨਾ ਸੋਚੇ ਕਿ ਸਾਡਾ ਤੇ ਜਿਹੜਾ ਸਕਰੂਟਨੀ ਨਹੀਂ ਹੋਈ, ਸਾਨੂੰ ਵੀ ਜਾਣ ਦੀ ਲੋੜ ਕੋਈ ਨਹੀਂ। ਸੋ ਸਾਥੀਓ, ਸਭ ਤੋਂ ਜਿਹੜੀ ਵੱਡੀ ਜਿਹੜੀ ਇਸ ਵੇਲੇ ਲੋੜ ਹੈਗੀ ਆ ਉਹ ਹੈਗੀ NCD ਗਾਈਡਲਾਈਨ ਨੂੰ ਆਫੀਸ਼ੀਅਲੀ ਰੱਦ ਕਰਾਉਣ ਦੀ, ਜੋ ਕਿ ਲੀਗਲੀ ਹੋ ਚੁੱਕੀ ਹੈ। ਸਾਥੀਓ, ਆਪਣੀ ਲੜਾਈ ਜਿਹੜੀ ਆ 90% ਆਪਾਂ ਉਹ ਜਿੱਤ ਚੁੱਕੇ ਹਾਂ। 90% ਲੜਾਈ ਆਪਣੀ NCD ਦੀ ਉਹ ਆਪਾਂ ਜਿੱਤ ਚੁੱਕੇ ਹਾਂ, ਔਰ 10% ਰਹਿੰਦੀ ਹੈ ਸਾਥੀਓ ਹਮਲਾ ਮਾਰਨ ਦੀ ਲੋੜ ਹੈ, ਆਪਾਂ ਸਾਥੀਓ ਉਹ ਵੀ ਜਿੱਤਾਂਗੇ। ਔਰ ਸਾਥੀਓ, NCD ਗਾਈਡਲਾਈਨ ਰੱਦ ਹੋਣ ਦੇ ਨਾਲ ਕਾਫੀ ਸਾਰੇ ਸਾਥੀਆਂ ਦਾ ਜਿਹੜਾ ਸਿਲੈਕਸ਼ਨ ਆ ਉਹ 66-35 ਵਿੱਚ ਹੋ ਜੂਗੀ। ਔਰ ਜਿਹੜੇ ਰਹਿੰਦੇ ਸਾਥੀ ਨੇ ਸਾਥੀਓ ਉਹ ਆਉਣ ਵਾਲੀਆਂ ਪੋਸਟਾਂ ਵਿੱਚ ਜਾਂ 2364 ਪੋਸਟਾਂ ਵਿੱਚ ਉਹ ਸਾਥੀਓ ਲੱਗ ਜਾਣਗੇ। ਸੋ ਸਾਥੀਓ, ਮੈਂ ਦਾਅਵੇ ਨਾਲ ਕਹਿਣਾ ਕਿ ਸਾਡਾ ਇੱਕ ਵੀ ਸਾਥੀ ਜਿਹੜਾ ਉਹ ਜੋਬ ਲੱਗਣ ਤੋਂ ਬਿਨਾਂ ਜਿਹੜਾ ਉਹ ਸਾਥੀਓ ਬਿਲਕੁਲ ਵੀ ਨਹੀਂ ਰਹੂਗਾ। ਸੋ ਸਾਥੀਓ, ਲੋੜ ਹੈ NCD ਗਾਈਡਲਾਈਨ ਦੇ ਵਿਰੁੱਧ ਇੱਕ ਹੰਗਾਮੀ ਰੈਲੀ ਕਰਨ ਦੀ। ਸੋ ਕੱਲ ਨੂੰ ਵੱਧ ਚੜ ਕੇ ਜਲੰਧਰ ਪਹੁੰਚੋ। ਸਾਥੀਓ, ਗੱਲ ਕਰਦੇ ਹਾਂ 2364 ਦੀ। ਕੁਝ ਸਾਥੀ ਕਹਿ ਰਹੇ ਨੇ ਕਿ 2364 ਪੂਰੀ ਕਰਾਓ, ਤਾਂ ਸਾਥੀਓ 2364 ਬਾਰੇ ਵੀ ਗੱਲ ਆਪਾਂ ਥੋੜਾ ਡਿਟੇਲ 'ਚ ਕਰ ਲਈਏ। ਅੱਜ ਵਿਰੋਧੀ ਧਿਰ ਦੀ ਇੱਕ ਲਾਈਵ ਵੀਡੀਓ ਮੈਂ ਵੇਖ ਰਿਹਾ ਸੀ ਕਿ ਜਿਹਦੇ ਵਿੱਚ ਉਹਨਾਂ ਵੱਲੋਂ ਇਹ ਕਿਹਾ ਜਾ ਰਿਹਾ ਕਿ 2364 ਜਿਹੜੀ ਭਰਤੀ ਹੈ ਉਹਦੇ 'ਤੇ ਆਪਾਂ LPA ਲਾ ਰਹੇ ਹਾਂ, ਅਸੀਂ ਉਹਨੂੰ ਉਵੇਂ ਦੀ ਉਵੇਂ ਹੀ ਪੂਰੀ ਕਰਾਵਾਂਗੇ। ਸੋ ਸਾਥੀਓ, ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਜ਼ਰੂਰੀ ਨਹੀਂ ਕਿ ਉਹੀ ਪੂਰੀ ਕਰਾਉਣਾ ਚਾਹੁੰਦੇ ਨੇ। ਸਾਥੀਓ, ਪੂਰੀ ਅਸੀਂ ਵੀ ਕਰਾਉਣਾ ਚਾਹੁੰਦੇ ਹਾਂ, ਔਰ ਅਸੀਂ ਵਾਰ-ਵਾਰ ਡਿਪਾਰਟਮੈਂਟ ਨਾਲ ਕੰਟੈਕਟ ਕਰਕੇ ਕੋਸ਼ਿਸ਼ ਇਹੀ ਕੀਤੀ ਹੈ ਕਿ 2364 ਜਿਹੜੀ ਭਰਤੀ ਹੈ ਉਹ ਉਵੇਂ ਦੀ ਉਵੇਂ ਸੇਮ ਪੇਪਰ 'ਤੇ ਜਿਹੜੀ ਹੈ ਉਹ ਕੰਪਲੀਟ ਕੀਤੀ ਜਾਵੇ। ਔਰ ਸਾਥੀਓ, ਤੁਹਾਨੂੰ ਇਹ ਵੀ ਦੱਸ ਦਈਏ, ਕੁਝ ਸਾਥੀ ਇਹ ਵੀ ਗੁੰਮਰਾਹ ਕਰਦੇ ਨੇ ਕਿ ਦੇਖੋ ਜੀ ਆ ਯੂਨੀਅਨ ਵਾਲੇ ਜਿਹੜੇ ਨੇ ਇਹ ਤਾਂ 2364 ਵਿੱਚ ਹੈ ਹੀ ਨਹੀਂ ਹੈਗੇ, ਸਿਲੈਕਟ ਹੀ ਨਹੀਂ ਹੋਏ, ਜਿਸ ਕਰਕੇ ਇਹਨਾਂ ਨੂੰ ਕੋਈ ਫਰਕ ਨਹੀਂ ਪੈਂਦਾ। ਸੋ ਸਾਥੀਓ, ਇਹੋ ਜਿਹੀ ਕੋਈ ਗੱਲ ਨਹੀਂ। ਸਾਡੀ ਜਥੇਬੰਦੀ ਦੇ ਸੂਬਾ ਪ੍ਰਧਾਨ ਸ਼੍ਰੀ ਦੀਪਕ ਕੰਬੋਜ ਜੀ ਜਿਹੜੇ ਕਿ 2364 ਵਿੱਚ ਸਕਰੂਟਨੀ ਕਰਾ ਚੁੱਕੇ ਨੇ ਸਾਥੀਓ, ਉਹ ਸਿਲੈਕਟਡ ਨੇ। ਤਾਂ ਸਾਥੀਓ, ਤੁਹਾਨੂੰ ਕੀ ਲੱਗਦਾ ਕਿ ਸੂਬਾ ਪ੍ਰਧਾਨ ਵੀ ਇਹੀ ਚਾਹੁੰਗੇ ਕਿ 2364 ਪੂਰੀ ਨਾ ਹੋਵੇ? ਨਹੀਂ ਸਾਥੀਓ,
ਤੁਹਾਡਾ ਜਿਹੜਾ ਤੁਹਾਨੂੰ ਗਲਤ ਦੱਸਿਆ ਗਿਆ, ਤੁਹਾਨੂੰ ਗਲਤ ਗਾਈਡ ਕੀਤਾ ਗਿਆ। ਸੋ ਸਾਥੀਓ, ਮੀਟਿੰਗਾਂ ਦੇ ਵਿੱਚ ਜਦ ਵੀ ਗੱਲ ਹੁੰਦੀ ਹੈ 2364 ਨੂੰ ਲੈ ਕੇ, ਉਹ ਇਹੀ ਗੱਲ ਜਿਹੜੀ ਹੈ ਰੱਖੀ ਜਾਂਦੀ ਹੈ ਕਿ 2364 ਭਰਤੀ ਨੂੰ ਰਿਵਿਊ ਪਟੀਸ਼ਨ ਪਾ ਕੇ ਪੂਰਾ ਕੀਤਾ ਜਾਵੇ, ਜਾਂ ਐਜ਼ ਇਟ ਇਜ਼ ਕਿਸੇ ਵੀ ਤਰੀਕੇ ਕੋਈ ਵੀ ਜਿਹੜਾ ਉਹ ਢੁਕਵਾਂ ਜਿਹੜਾ ਰਸਤਾ ਕੱਢ ਕੇ ਉਹਨੂੰ ਕੰਪਲੀਟ ਕੀਤਾ ਜਾਵੇ। ਔਰ ਇਸ ਮਸਲੇ ਨੂੰ ਲੈ ਕੇ 2364 ਦੇ ਮਸਲੇ ਨੂੰ ਲੈ ਕੇ ਏਜੀ ਪੰਜਾਬ ਨਾਲ ਔਰ ਰਿਕਰੂਟਮੈਂਟ ਬੋਰਡ ਦੇ ਆਲਾ ਅਧਿਕਾਰੀਆਂ ਨਾਲ ਕਈ ਵਾਰ ਮੀਟਿੰਗਾਂ ਹੋਈਆਂ। ਸੋ ਸਾਥੀਓ, ਮੀਟਿੰਗਾਂ ਦੇ ਵਿੱਚੋਂ ਇਹ ਸਿੱਟਾ ਨਿਕਲ ਕੇ ਆਇਆ ਕਿ 2364 ਭਰਤੀ ਜਿਹੜੀ ਹੈ ਉਹ ਕੁਐਸ਼ ਹੋ ਚੁੱਕੀ ਹੈ, ਔਰ ਜੇ ਉਹਨੂੰ ਪੂਰਾ ਕਰਦੇ ਆ LPA ਲਾ ਕੇ ਤੇ 3 ਤੋਂ 4 ਸਾਲ ਜਿਹੜੇ ਉਹ ਲੱਗ ਜਾਣਗੇ। ਇਹ ਤਾਂ ਤੁਸੀਂ ਪ੍ਰਗਟ ਸਾਹਿਬ ਦੇ ਬਿਆਨ ਵੀ ਸੁਣੇ ਹੋਣਗੇ। ਔਰ ਉਹ ਸਾਡਾ ਜਿਹੜਾ ਵਿਰੋਧੀ ਧਿਰ ਦਾ ਸਾਥੀ ਸੀਗਾ, ਉਹ ਇਹੀ ਕਹਿ ਰਿਹਾ ਸੀ ਕਿ ਅਸੀਂ LPA ਲਾਈ ਸੀ, ਹੁਣ ਅਸੀਂ ਰਿਵਿਊ ਪਟੀਸ਼ਨ ਪਾ ਰਹੇ ਹਾਂ। ਸੋ ਸਾਥੀਓ, ਮੈਂ ਤੁਹਾਨੂੰ ਦੱਸ ਦੇਵਾਂ ਕਿ ਰਿਕਰੂਟਮੈਂਟ ਬੋਰਡ ਦੇ ਆਲਾ ਅਧਿਕਾਰੀਆਂ ਨਾਲ ਜਦੋਂ ਗੱਲਬਾਤ ਕੀਤੀ ਗਈ 2364 ਨੂੰ ਲੈ ਕੇ, ਤਾਂ ਉਹਨਾਂ ਨੇ ਵੀ ਇਹੀ ਕਿਹਾ ਕਿ LPA ਜਿਹੜੀ ਆ ਉਹਦੇ ਤੇ ਜਿਹੜੇ 3 ਤੋਂ 4 ਸਾਲ ਤੱਕ ਜਿਹੜਾ ਉਹ ਸਮਾਂ ਲੱਗ ਸਕਦਾ। ਸੋ ਸਾਥੀਓ, ਇਹਦੇ ਨਾਲ ਕੀ ਹੋਣਾ ਕਿ ਭਰਤੀ ਜਿਹੜੀ ਆ ਉਹ ਰੁਲ ਜਾਊਗੀ। ਔਰ ਜਿਹੜੇ ਵਿਰੋਧੀ ਧਿਰ ਦੇ ਆਗੂ ਸੀਗੇ, ਉਹਨਾਂ ਵੱਲੋਂ ਇਹ ਕਿਹਾ ਗਿਆ ਕਿ ਅਸੀਂ LPA ਲਾਈ ਸੀਗੀ। ਸੋ ਸਾਥੀਓ, ਜੇ ਮੈਂ ਇਹ ਤੁਹਾਨੂੰ ਪੁੱਛਣਾ ਚਾਹੁੰਦਾ ਕਿ ਜੇ LPA ਲਾਈ ਸੀ ਤਾਂ ਉਹ ਡਿਸਪੋਜ਼ ਆਫ ਕਿਉਂ ਹੋ ਗਈ? ਕਿਉਂਕਿ ਉਹ ਪ੍ਰੋਸੈਸ ਹੀ ਗਲਤ ਸੀਗਾ। LPA ਲਾਉਣ ਤੋਂ ਪਹਿਲਾਂ RA ਲੱਗਦੀ ਹੈ, ਰਿਵਿਊ ਐਪਲੀਕੇਸ਼ਨ, ਔਰ RA ਰੱਦ ਹੁੰਦੀ ਹੈ, ਉਸ ਤੋਂ ਬਾਅਦ LPA ਲੱਗਦੀ ਹੈ, ਜਿਹਨੂੰ ਕੋਈ 3 ਤੋਂ 4 ਸਾਲ ਦਾ ਸਮਾਂ ਲੱਗਦਾ। ਸੋ ਸਾਥੀਓ, ਇਵੇਂ ਅਸੀਂ ਆਪਣੀ ਭਰਤੀ ਖਰਾਬ ਨਹੀਂ ਕਰਾਉਣੀ, ਕਿਉਂਕਿ ਜਥੇਬੰਦੀ ਨੇ ਲਾਠੀਆਂ ਖਾ ਕੇ, ਡਾਂਗਾ ਖਾ ਕੇ, ਟੈਂਕੀਆਂ ਤੇ ਮੋਰਚੇ ਲਾ ਕੇ ਜਿਹੜੀ ਭਰਤੀ ਇੰਨੀ ਮਿਹਨਤ ਔਰ ਤਸ਼ੱਦਦ ਸਹਿ ਕੇ ਜਿਹੜੀ ਹੈ ਉਹ ਸਰਕਾਰ ਤੋਂ ਭਰਤੀ ਲਈ ਸੀ। ਸਾਥੀਓ, ਅਸੀਂ ਨਹੀਂ ਚਾਹੁੰਦੇ ਕਿ ਉਹ ਭਰਤੀ 4 ਸਾਲ ਤੱਕ ਜਿਹੜੀ ਕੋਰਟਾਂ ਦੇ ਵਿੱਚ ਉਲਝੀ ਰਹੇ। ਸੋ ਸਾਥੀਓ, ਵਿਭਾਗ ਨਾਲ ਸਾਡੀ ਗੱਲਬਾਤ ਚੱਲ ਰਹੀ ਹੈ, ਸਿੱਖਿਆ ਮੰਤਰੀ ਸਾਹਿਬ ਨਾਲ ਸਾਡੀ ਗੱਲਬਾਤ ਚੱਲ ਰਹੀ ਹੈ ਕਿ 2364 ਭਰਤੀ ਦਾ ਜਿਹੜਾ ਢੁਕਵਾਂ ਹੱਲ ਜੋ ਵੀ ਬਣਦਾ ਉਹ ਜਿਹੜਾ ਉਹ ਕਰ ਦਿੱਤਾ ਜਾਵੇ। ਉਹ ਇਵੇਂ ਦਾ ਵੀ ਹੋ ਸਕਦਾ ਹੈ ਕਿ 2364 ਭਰਤੀ ਰੀਨੋਟੀਫਾਈ ਕਰਕੇ ਤਾਂ ਜਿਹੜਾ 2364 ਦਾ ਪੇਪਰ ਸੀਗਾ ਉਸੇ ਬੇਸ ਤੇ ਮੈਰਿਟ ਬਣਾ ਲਈ ਜਾਵੇ, ਜਾਂ ਉਹਨੂੰ ਰੀਨੋਟੀਫਾਈ ਕਰਕੇ ਤਾਂ ਨਵਾਂ ਪੇਪਰ ਜਿਹੜਾ ਉਹ ਜਿਵੇਂ ਦਾ ਵੀ ਸਾਥੀਓ ਡਿਪਾਰਟਮੈਂਟ ਰਿਕਰੂਟਮੈਂਟ ਬੋਰਡ ਔਰ AG ਸਾਹਿਬ ਵੱਲੋਂ ਜਿਹੜੇ ਕਾਨੂੰਨੀ ਮਾਹਿਰ ਹੈਗੇ ਨੇ, ਸੋ ਉਹਨਾਂ ਦੇ ਸਲਾਹ ਮਸ਼ਵਰਿਆਂ ਦੇ ਨਾਲ ਤਾਂ ਜੋ ਭਰਤੀ ਜਿਹੜੀ ਹੈ ਉਹ ਦੁਬਾਰਾ ਜਿਹੜੀ ਹੈ ਉਹ ਕੋਰਟ ਦੇ ਵਿੱਚ ਨਾ ਜਾ ਸਕੇ। ਸੋ ਉਸ ਤਰੀਕੇ ਦੇ ਨਾਲ ਉਹ ਸਾਥੀਓ ਉਹ ਭਰਤੀ ਨੂੰ ਆਪਾਂ ਕੰਪਲੀਟ ਕਰਵਾਵਾਂਗੇ। ਸੋ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਕੋਈ ਸਾਥੀ ਕਹਿ ਰਹੇ ਨੇ ਕਿ 2364 ਭਰਤੀ ਜਿਹੜੀ ਹੈ ਉਹ ਪਹਿਲੇ ਵਾਲੇ ਪੇਪਰ ਤੇ ਜਿਹੜੀ ਉਹ ਕਰਵਾਈ ਜਾ ਸਕੇ। ਸਾਥੀਓ, ਉਹਦੇ ਵਿੱਚ ਟੈਕਨੀਕਲ ਇਸ਼ੂ ਇਹ ਹੈਗਾ ਕਿ ਕੁਝ ਸਾਥੀ ਜਿਹੜੇ ਨੇ ਨਵੇਂ ਸਾਥੀ ਨੇ ਜਿਹੜੇ ਉਹਨਾਂ ਨੂੰ ਜਿਹੜਾ ਉਹ ਮੌਕਾ ਨਹੀਂ ਮਿਲਣਾ। ਅੱਛਾ, ਕੋਈ ਸਾਥੀ ਕਹਿੰਦੇ ਨੇ ਉਹਨੂੰ 6635 ਦੇ ਵਿੱਚ ਐਡ ਕਰਵਾ ਲਿਆ ਜਾਵੇ। ਸੋ ਸਾਥੀਓ, ਉਹ ਵੀ ਜਿਹੜਾ ਅੜਿੱਕੇ ਵਾਲੀ ਗੱਲ ਹੈ, ਕਿਉਂਕਿ 2364 ਭਰਤੀ 6635 ਵਿੱਚ ਐਡ ਹੋਣ ਤੋਂ ਬਾਅਦ ਕੁਝ ਸਾਥੀਆਂ ਨੇ ਜਿਹੜਾ 2364 ਵਿੱਚ ਜਿਹੜੇ ਸਿਲੈਕਟਡ ਸੀਗੇ, ਜਿਹਨਾਂ ਦੀ ਬਹੁਤ ਜ਼ਿਆਦਾ ਹਾਈ ਮੈਰਿਟ ਸੀਗੀ, 80+ ਸੀਗੇ। ਸੋ ਸਾਥੀ, ਉਹਨਾਂ ਨੇ ਵਧੀਆ ਤਰੀਕੇ ਦੇ ਨਾਲ ਜਿਹੜਾ ਉਹ ਜਾਂ ਤਾਂ ਪੇਪਰ ਨਹੀਂ ਦਿੱਤਾ 6635 ਵਿੱਚ, ਜਾਂ ਉਹਨਾਂ ਨੇ ਬਿਲਕੁਲ ਹੀ ਉਹਨੂੰ ਜਿਹੜਾ ਪੇਪਰ ਨੂੰ ਪਾਰਟਿਸਿਪੇਟ ਨਹੀਂ ਕੀਤਾ। ਸੋ ਸਾਥੀਓ, ਉਹਦੇ 'ਤੇ ਵੀ ਜਿਹੜਾ ਉਹ ਸਟੇ ਲੱਗਣ ਦੇ ਚਾਂਸਸ ਹੈਗੇ ਨੇ। ਸੋ ਡਿਪਾਰਟਮੈਂਟ ਨੂੰ ਔਰ ਸਿੱਖਿਆ ਮੰਤਰੀ ਸਾਹਿਬ ਨੂੰ ਅਸੀਂ ਇਹੀ ਬੇਨਤੀ ਕੀਤੀ ਹੈ ਕਿ 2364 ਭਰਤੀ ਜਿਵੇਂ ਵੀ ਹੁੰਦੀ ਹੈ ਰੀਨੋਟੀਫਾਈ ਕਰਕੇ ਨਵਾਂ ਨੋਟੀਫਿਕੇਸ਼ਨ ਜਾਂ ਜਿਵੇਂ ਦਾ ਵੀ ਜੋ ਵੀ ਹੋ ਸਕਦਾ, ਸੋ ਉਹਨੂੰ ਆਪਾਂ ਜਿਹੜਾ ਉਹ ਪੂਰਾ ਕਰਾਵਾਂਗੇ। ਸੋ ਸਾਥੀਓ, ਇਹਨਾਂ ਸ਼ਬਦਾਂ ਦੇ ਨਾਲ ਹੀ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜੈ ਜਨਤਾ, ਜੈ ਸੰਘਰਸ਼, ਜਿੱਤ ਲੜਦੇ ਲੋਕਾਂ ਦੀ।